ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀਓ। ਸਾਧ ਬਿਖਾਰ ਬਿਖੈ ਰਸ ਮਾਤੋ, ਅਸੰਖ ਖਤੇ ਕਰ ਫੇਰੇ। ਨਾਨਕ ਕੀ ਪ੍ਰਭ ਪਾਹੇ ਬਿਨੰਤੀ, ਘਟ ਅਵਗੁਣ ਮੇਰੇ। ਤਾਰਨ ਗੁਰੂ ਆਪ ਪ੍ਰਭ ਸੁਆਮੀ, ਪਦਮਤ ਕੀਨੀ ਪੂਰੀ। ਸਦਾ ਸਦਾ ਨਾਨਕ ਬਲਹਾਰੀ, ਬਾਛੋਂ ਸੰਤਾਂ ਤੋਰੀ। ਕਰੋ ਕਿਰਪਾ ਕਰਨਾਪ ਤੇ, ਤੇਰੇ ਹਰ ਗੁਣ ਗਾਓ। ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗ ਸਮਾਓ। ਤਨ ਪਿਰੇ ਨ ਆਖੀਐਨ, ਬੈਨ ਇਕੱਠੇ ਹੋਏ। ਏਕ ਜੋਤ ਦੋਇ ਮੂਰਤੀ, ਤਨ ਪਿਰ ਕਈਐ ਸੋਏ। ਚਵਰ ਛਤਰ ਤਖਤ ਮਾਲਕ, ਲੋਕ ਪਰਲੋਕ ਦੇ ਸਹਾਈ। ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਉਟਿਓ ਕੀ ਓਟ। ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਜੀ, ਗੁਰੂ ਪਿਆਰ ਵਾਲਿਓ। ਭਾਵੇਂ ਮੌਸਮ ਵੀ ਠੰਡ ਦਾ ਹੈ ਤੇ ਨਾਲ ਮੀਂਹ ਬਾਰਿਸ਼ ਦਾ ਮੌਸਮ, ਤੇ ਸਤਿਗੁਰੂ ਦੇ ਬੋਲ ਝੱਗੜ ਝਾਂਗੀ ਮੀਂਹੋਂ ਵਰਸੈ ਭੀ ਗੁਰੂ ਦੇਖਣ ਜਾਈ। ਹਰ ਬਿਨ ਰਹਿ ਨਾ ਸਕੈ ਮਨ ਮੇਰਾ। ਐਸੇ ਮੌਸਮ ਵਿੱਚ ਵੀ ਸਤਿਗੁਰ ਦੇ ਪਿਆਰ ਵਿੱਚ ਭਿੱਜ ਕਰਕੇ ਸਤਿਗੁਰ ਦੀ ਪਾਵਨ ਵਿਚਾਰ ਨੂੰ ਸਰਵਣ ਕਰਨ ਵਾਸਤੇ ਪਹੁੰਚੇ ਹੋ। ਤੰਤਾ ਦੇ ਜੋਗ ਹੋ, ਵਡਿਆਈ ਦੇ ਪਾਤਰ ਹੋ। ਆਓ ਗੁਰੂ ਰੂਪ ਗੁਰੂ ਖਾਲਸਾ ਜੀ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਇੱਕ ਵਾਰੀ ਕਰੋ ਰਸਨਾ ਪਵਿੱਤਰ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰਾਨਾ ਸੱਚੇ ਪਾਤਸ਼ਾਹ ਜੀਆਂ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਘਰੋਂ ਚੱਲ ਕਰਕੇ ਗੁਰੂ ਚਰਨਾਂ ਤੱਕ ਪਹੁੰਚੇ ਹੋ। ਆਪਣੇ ਪੈਰਾਂ ਨੂੰ ਪਵਿੱਤਰ ਕੀਤਾ ਹੈ, ਸਤਿਗੁਰੂ ਦੇ ਚਰਨਾਂ ਵਿੱਚ ਨਸਮਸਤਕ ਹੋਏ ਹੋ। ਮੱਥੇ ਨੂੰ ਪਵਿੱਤਰ ਕੀਤਾ ਹੈ। ਆਓ ਕੁਝ ਸਮਾਂ ਸਤਿਗੁਰੂ ਦੀ ਪਾਵਨ ਵਡਿਆਈ ਨੂੰ ਸਰਵਣ ਕਰਕੇ ਆਪਣੇ ਕੰਨਾਂ ਨੂੰ, ਮਤ ਬੁੱਧ ਸੁਰਤ ਨੂੰ ਸਫਲਾ ਬਣਾਉਣ ਦਾ ਯਤਨ ਕਰੀਏ। ਗੁਰੂ ਪਿਆਰ ਵਾਲਿਓ, ਪਿਛਲੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ। 3 ਪੌੜੀਆਂ ਸਤਿਗੁਰੂ ਨੇ ਸੁਣਨ ਦਾ ਮਹੱਤਵ ਦੱਸਿਆ ਕਿ ਜਿਹੜੀ ਪਹਿਲੀ ਪੌੜੀ ਹੈ 8ਵੀਂ ਪੌੜੀ, 8ਵੀਂ ਪੌੜੀ ਨੂੰ ਗੁਰੂ ਪਿਆਰਿਓ ਸਤਿਗੁਰੂ ਕਹਿੰਦੇ ਗੁਰੂ ਕੀ ਸਿੱਖਿਆ ਨੂੰ ਸੁਣਨਾ ਤੇ ਸਮਝਣਾ ਹੈ। ਕਿਉਂਕਿ ਮੈਂ ਆਰੰਭਤਾ ਤੋਂ ਤਾਂ ਬੇਨਤੀ ਕਰਾਂ, ਵਾਰ-ਵਾਰ ਬਾਣੀ ਸਤਿਗੁਰੂ ਸਾਨੂੰ ਪੌੜੀ ਦਰ ਪੌੜੀ, ਇਹਦੇ ਵਿੱਚ ਪੌੜੀਆਂ ਨੇ, ਪੌੜੀ ਦਰ ਪੌੜੀ ਸਾਨੂੰ ਸਤਿਗੁਰੂ ਦੇ ਉਸ ਦਰਵਾਜ਼ੇ ਤੱਕ ਪਹੁੰਚਾ ਰਹੇ ਨੇ ਜਿਸ ਦਰਵਾਜ਼ੇ ਨੂੰ ਖੁੱਲਦਿਆਂ ਗੁਰੂ ਪਿਆਰਿਓ 10ਵਾਂ ਗੁਪਤ ਰਖਾਇਆ, ਉਹ ਦਵਾਰ ਖੁੱਲ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ 8ਵੀਂ ਪੌੜੀ ਸੁਣਨ ਦੀ ਪਹਿਲੀ ਪੌੜੀ ਵਿੱਚ ਗੁਰੂ ਦੀ ਸਿੱਖਿਆ ਨੂੰ ਸੁਣਨਾ ਤੇ ਸਮਝਣਾ ਹੈ। ਦੂਜੀ ਪੌੜੀ 9ਵੀਂ ਪੌੜੀ ਵਿੱਚ ਹੱਥਾਂ ਪੈਰਾਂ ਤੇ ਜ਼ੁਬਾਨ ਨਾਲ ਸੁਣਨ ਦੀ ਕਲਾ ਜਿਹੜੀ ਹੈ ਉਹ ਸਮਝਣੀ ਹੈ। 10ਵੀਂ ਪੌੜੀ ਸਹਿਜ ਧਿਆਨ ਲੱਗਣਾ, ਜਿਹੜਾ ਜਦੋਂ ਵਾਰ-ਵਾਰ ਮਨੁੱਖ ਬਾਣੀ ਨੂੰ ਸੁਣੇਗਾ, ਵਾਰ-ਵਾਰ ਬਾਣੀ ਨੂੰ ਪੜ੍ਹੇਗਾ, ਫਿਰ ਸਹਿਜ ਧਿਆਨ ਜਿਹੜਾ ਲੱਗਣਾ ਸ਼ੁਰੂ ਹੋ ਜਾਵੇਗਾ।
ਅੱਜ ਜਿਹੜੀ ਚੌਥੀ ਪੌੜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਸੁਰਤ ਦੁਆਰਾ ਸ਼ਬਦ ਨਾਲ ਜੁੜਨਾ ਹੈ। ਇਹ ਚੌਥੀ ਪੌੜੀ ਹੈ। ਚੌਥੀ ਪੌੜੀ ਰਾਹੀਂ ਸਤਿਗੁਰੂ ਕਹਿੰਦੇ ਸੁਣਿਆ ਸਰਾ ਗੁਣਾ ਕੇ ਗਾਹ, ਕਿ ਚੌਥੀ ਪੌੜੀ ਜਿਹੜੀ ਹੈ ਉਹ ਸੁਰਤ ਦੁਆਰਾ ਸ਼ਬਦ ਨਾਲ ਜੁੜਨ ਦੀ ਗੱਲ ਗੁਰੂ ਨਾਨਕ ਸਾਹਿਬ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਇੱਕ ਬਚਨ ਆਉਂਦਾ ਹੈ, ਗੁਰਦੁਆਰੇ ਲਾਏ ਭਾਵਨੀਕ ਨਾ ਦਸਵਾਂ ਦਵਾਰ ਦਿਖਾਇਆ, ਤਹਿ ਨੇਕ ਰੂਪ ਨਾਉ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪ੍ਰਭੂ ਦੇ ਜਿਨ੍ਹਾਂ ਨੂੰ ਗੁਰੂ ਦੇ ਦਰ ਤੇ ਆਪੜ ਕੇ ਆਪਣੇ ਨਾਮ ਦੀ ਸਰਦਾ ਬਖਸ਼ਿਸ਼ ਕਰ ਦਿੱਤੀ, ਜਿਹੜਾ ਦਵਾਰ ਬੰਦ ਸੀ ਉਹਨਾਂ ਨੂੰ 10ਵਾਂ ਦਵਾਰ ਵੀ ਦਿਖਾ ਦਿੱਤਾ। ਆਖੋ ਸਤਨਾਮ। ਉਹਨਾਂ ਨੂੰ ਸਿਮਰਨ ਦੀ ਵਿਚਾਰ ਸਤਿਆ ਪੀ ਦਿੱਤੀ ਤੇ ਆਤਮਿਕ ਆਨੰਦ ਬਖਸ਼ਿਸ਼ ਕਰ ਦਿੱਤਾ। ਜਿਹੜਾ ਦਵਾਰ ਖੁੱਲਦਾ ਨਹੀਂ ਗੁਰੂ ਪਿਆਰਿਓ, ਬੜਿਆਂ ਨੇ ਯਤਨ ਕੀਤਾ ਉਸ ਦਵਾਰ ਨੂੰ ਖੋਲਣ ਵਾਸਤੇ, ਬੜਿਆਂ ਨੇ ਯਤਨ ਕੀਤਾ ਪ੍ਰਮਾਤਮਾ ਦੇ ਦਰਵਾਜ਼ੇ ਨੂੰ ਹੱਥ ਪਾਉਣ ਵਾਸਤੇ, ਪਰ ਬਹੁਤ ਕਰਮ ਕਾਂਡ ਕੀਤਿਆਂ ਵੀ ਉਹ ਦਰਵਾਜ਼ੇ ਤੇ ਹੱਥ ਨਹੀਂ ਪਹੁੰਚ ਸਕਿਆ। ਗੁਰੂ ਨਾਨਕ ਸਾਹਿਬ ਕਹਿੰਦੇ ਜੇ ਤੂੰ ਪ੍ਰਮਾਤਮਾ ਦੇ ਦਰਵਾਜ਼ੇ ਤੱਕ ਅਪੜਨਾ ਹੈ, ਉਹਦੇ ਲਈ ਤੈਨੂੰ ਸੁਰਤ ਨਾਲ ਪ੍ਰਮਾਤਮਾ ਦਾ ਨਾਮ ਧਿਆਉਣਾ ਪਵੇਗਾ। ਹੁਣ ਉਸ ਦੇ ਲਈ ਮਹਾਰਾਜ ਕਿਰਪਾ ਕਰਦੇ ਐ ਕਿ 10ਵਾਂ ਦਵਾਰ ਦਿਖਾਇਆ। ਫਿਰ ਜਦੋਂ ਸੁਰਤ ਜੁੜੇਗੀ ਤੇ 10ਵਾਂ ਦਵਾਰ ਜਿਹੜਾ ਦਿਖ ਪਵੇਗਾ। ਹੁਣ ਸੁਰਤ ਜੋੜਨ ਦੇ ਵਾਸਤੇ ਮਹਾਰਾਜ ਕਿਰਪਾ ਕਰਦੇ ਐ। ਹਜੂਰ ਕਹਿੰਦੇ ਜਿਵੇਂ ਇੱਕ ਸਰੀਰ ਜਿਹੜਾ ਸਾਡਾ ਹੈ ਉਹਦੇ ਵਿੱਚ ਕੁਝ ਸੂਖਮ ਚੀਜ਼ਾਂ ਨੇ, ਕੁਝ ਅਸਥੂਲ ਚੀਜ਼ਾਂ ਨੇ। ਸੂਖਮ ਚੀਜ਼ਾਂ ਜਿਹੜੀਆਂ ਨੇ ਪੰਜ ਤੱਤ, ਜਿਵੇਂ ਸਤਿਗੁਰ ਨੇ ਸਾਨੂੰ ਦੱਸੇ ਨੇ ਕਿ ਪੰਜਾਂ ਤੱਤਾਂ ਦਾ ਇਹ ਸਰੀਰ ਬਣਿਆ। ਹਜੂਰ ਕਹਿੰਦੇ ਇਹਨਾਂ ਵਿੱਚ 3 ਤੱਤ ਐਸੇ ਨੇ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ, ਜਿਨ੍ਹਾਂ ਨੂੰ ਅਸੀਂ ਸਾਰਾ ਕੁਝ ਕਰ ਸਕਦੇ ਹਾਂ। ਉਹ ਤੱਤ ਕਿਹੜੇ ਨੇ? ਜਿਵੇਂ ਪੰਜਾਂ ਤੱਤਾਂ ਨਾਲ ਸਰੀਰ ਬਣਿਆ, ਬਹੁਤ ਮਹਿੰਗੇ ਬਚਨ। ਗੁਰੂ ਨਾਨਕ ਸਾਹਿਬ ਕਹਿੰਦੇ ਪੰਜਾਂ ਤੱਤਾਂ ਨਾਲ ਤੇਰਾ ਸਰੀਰ ਬਣਿਆ, 3 ਤੱਤ ਦਿਖਦੇ ਨੇ, 2 ਤੱਤ ਦਿਖਦੇ ਹੀ ਨਹੀਂ। 3 ਤੱਤ ਉਹ ਨੇ ਧਰਤੀ, ਅਗਨੀ ਤੇ ਪਾਣੀ। ਗੱਲ ਨੂੰ ਸਮਝਿਓ ਵੀ ਧਰਤੀ ਨੂੰ ਵੀ ਅਸੀਂ ਦੇਖ ਸਕਦੇ ਹਾਂ, ਧਰਤੀ ਉੱਤੇ ਪੈਦਾ ਹੋਏ ਆ। ਦੂਜਾ ਤੱਤ ਅਗਨੀ, ਅੱਗ ਨੂੰ ਦੇਖ ਸਕਦੇ ਹਾਂ, ਉਹਨੂੰ ਅਸੀਂ ਸਭ ਕੁਝ ਸਮਝ ਸਕਦੇ ਹਾਂ ਕਿ ਜੇ ਅੱਗ ਦੇ ਨੇੜੇ ਜਾਵਾਂਗੇ ਤੇ ਜਲ ਸਕਦੇ ਹਾਂ, ਸਭ ਕੁਝ ਸੋਝੀ ਹੈ। ਹੁਣ ਸਰੀਰ ਦੇ 5 ਤੱਤ ਨੇ, 3 ਤੱਤ ਦਿਖਦੇ ਨੇ, 3 ਦਿਖਦੇ, 2 ਦਿਖਦੇ ਨਹੀਂ। ਸਤਿਗੁਰੂ ਕਹਿੰਦੇ ਪਹਿਲਾ ਤੱਤ ਧਰਤੀ ਹੈ, ਦੇਖ ਸਕਦੇ ਹਾਂ, ਸਮਝ ਸਕਦੇ ਹਾਂ। ਦੂਜਾ ਤੱਤ ਹੈ ਗੁਰੂ ਪਿਆਰਿਓ ਅਗਨੀ, ਅੱਗ ਨੂੰ ਦੇਖ ਸਕਦੇ ਹਾਂ, ਸਮਝ ਸਕਦੇ ਹਾਂ। ਤੀਜਾ ਹੈ ਗੁਰੂ ਪਿਆਰਿਓ ਪਾਣੀ, ਕਿ ਪਾਣੀ ਨੂੰ ਦੇਖ ਵੀ ਸਕਦੇ ਹਾਂ, ਪਾਣੀ ਪੀਂਦੇ ਵੀ ਹੈ, ਪਾਣੀ ਸਾਡਾ ਜੀਵਨ ਹੈ। ਪਰ ਮਹਾਰਾਜ ਕਹਿੰਦੇ 2 ਤੱਤ ਨੇ ਐਸੇ ਜਿਹੜੇ ਦਿਖਦੇ ਨਹੀਂ ਪਰ ਉਹ ਸਾਡੇ ਵਿੱਚ ਹੈ ਨੇ। ਉਹ ਤੱਤ ਦਿਖਦੇ ਨਹੀਂ ਪਰ ਸਾਡੇ ਉਹ ਸਰੀਰ ਵਿੱਚ ਹੈ ਨੇ। ਉਹ ਕਿਹੜੇ ਨੇ? ਇੱਕ ਤੱਤ ਹੈ ਹਵਾ, ਜਿਹੜੀ ਦਿਖਦੀ ਨਹੀਂ ਪਰ ਮਹਿਸੂਸ ਕਰ ਸਕਦੇ ਹਾਂ, ਔਰ ਉਸ ਤੋਂ ਬਿਨਾਂ ਜੀਵਨ ਵੀ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ 5 ਤੱਤ ਨੇ ਪਰ 3 ਦਿਖਦੇ ਆ, 2 ਦਿਖਦੇ ਨਹੀਂ। ਜਿਹੜੇ ਦਿਖਦੇ ਨਹੀਂ ਨਾ, ਇੱਕ ਹਵਾ ਤੇ ਦੂਜਾ ਆਕਾਸ਼, ਉਹ ਦਿਖਦਾ ਹੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੁਰਤ ਮਤ ਬੁੱਧ ਜਿਹੜੇ ਨੇ ਇਹ ਪਰਮੇਸ਼ਰ ਨੇ ਸਾਡੇ ਵਿੱਚ ਪਾਏ ਹੋਏ ਨੇ। ਪਰ ਇਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ, ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਹੁਣ ਅਸੀਂ ਇਹ ਚੀਜ਼ਾਂ ਬਾਹਰ ਭਾਲਦੇ ਆਂ ਪਰ ਉਹ ਸਾਨੂੰ ਚੀਜ਼ਾਂ ਦਿਖਦੀਆਂ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਜਿਨ੍ਹਾਂ ਵਾਸਤੇ ਤੂੰ ਬਾਹਰ ਜੰਗਲਾਂ ਵਿੱਚ ਭਟਕੀ ਫਿਰਦਾ, ਬੜੀਆਂ ਥਾਵਾਂ ਤੇ ਜਾਂਦਾ, ਉਹ ਪਦਾਰਥ ਤੇਰੇ ਅੰਦਰ ਨੇ। ਦੂਜਾ ਬਚਨ ਕਰਦੇ ਜੋ ਭਾਵੈ ਸੋ ਪੁੰਜ ਤੂੰ ਗੁਰਮੁਖ ਨਦਰ ਨਿਹਾਲ। ਜੋ ਕੁਝ ਮੰਗੇਗਾ, ਜੋ ਅੰਦਰ ਭਾਲ ਕਰ ਲਈ ਪਰਮੇਸ਼ਰ ਦੀ, ਫਿਰ ਤੈਨੂੰ ਜੋ ਕੁਝ ਮੰਗੇਗਾ ਸੱਚੇ ਪਾਤਸ਼ਾਹ ਕਹਿੰਦੇ ਨੇ ਤੈਨੂੰ ਪ੍ਰਾਪਤ ਹੋ ਜਾਏਗਾ। ਉਹ ਮੈਂ ਹੁਣ ਬੇਨਤੀ ਕਰਾਂ, ਸਤਿਗੁਰ ਕਹਿੰਦੇ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ। ਬੜੀ ਵਾਰੀ ਸੁਣਿਆ ਹੋਏਗਾ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ। ਉਹ ਕਿੱਥੇ ਵਸਦਾ ਹੈ? 9 ਨਿਧਾਂ ਦਾ ਖਜ਼ਾਨਾ, ਭਾਵ ਪ੍ਰਭੂ ਦਾ ਨਾਮ ਜੋ ਮਾਨੇ ਸਾਰੇ ਜਗਤ ਖਜ਼ਾਨਿਆਂ ਦਾ ਅਤੁੱਲ ਭੰਡਾਰ ਹੈ, ਅੰਮ੍ਰਿਤ ਹੈ। ਹੁਣ ਅੰਮ੍ਰਿਤ ਹੈ ਕਿੱਥੇ? ਦਿਖਦਾ ਨਹੀਂ ਕਿਸੇ ਨੂੰ। ਗੱਲ ਸਮਝਿਓ। ਹੁਣ ਅੰਮ੍ਰਿਤ ਦੀ ਬੜੀ ਵਾਰੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਹੈ ਪਰ ਅੰਮ੍ਰਿਤ ਪਤਾ ਨਹੀਂ ਹੈ ਕਿੱਥੇ ਹੈ। ਮਹਾਰਾਜ ਨੂੰ ਪੁੱਛੀਏ, ਸਤਿਗੁਰ ਕਹਿੰਦੇ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਤੇ ਬਚਨ ਆਉਂਦਾ ਦੇਹੀ ਮੈਂ ਇਸ ਕਾ ਵਿਸਰਾਮ। ਉਹ ਦੇਹੀ ਵਿੱਚ ਹੈ,
ਪਰ ਇਹਨੂੰ ਲੱਭਣ ਵਾਸਤੇ ਬੜਾ ਯਤਨ ਕਰਨਾ ਪਵੇਗਾ। ਤੇ ਜਿਨ੍ਹਾਂ ਨੇ ਯਤਨ ਕੀਤਾ ਗੁਰੂ ਪਿਆਰਿਓ, ਸਤਿਗੁਰੂ ਕਹਿੰਦੇ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਤੇ ਮਨੁੱਖ ਦੇ ਸਰੀਰ ਵਿੱਚੋਂ ਨਾਮ ਦਾ ਟਿਕਾਣਾ ਹੋ ਜਾਂਦਾ, ਭਾਵ ਉਸ ਨਾਮ ਨੂੰ ਲੱਭ ਲੈਂਦਾ। ਇੱਕ ਬਚਨ ਮਹਾਰਾਜ ਹੋਰ ਕਰਦੇ ਆ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਤਿੰਨ ਦੇਖਿਆ ਜੀ ਸਾਬ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਹੁਣ ਇਹ ਆਮ ਮਨੁੱਖ ਕਵੇ ਮੈਂ ਨਾਮ ਨੂੰ ਅੰਮ੍ਰਿਤ ਨੂੰ ਖੋਜ ਲਵਾਂ, ਖੋਜ ਨਹੀਂ ਸਕਦਾ। ਇਹ ਜਿਨ੍ਹਾਂ ਉੱਤੇ ਗੁਰੂ ਸਾਹਿਬ ਕਿਰਪਾ ਕਰਦੇ ਆ, ਜਿਵੇਂ ਪੌੜੀ ਦਰ ਪੌੜੀ ਤੁਹਾਡੇ ਅੰਦਰ ਪ੍ਰੀਤ ਜਾਗੀ ਹੈ, ਸਤਿਗੁਰੂ ਦੀ ਵਡਿਆਈ ਸੁਣਨ ਵਾਸਤੇ ਇਹ ਪਹਿਲੀ ਪੌੜੀ ਹੈ। ਫਿਰ ਸੁਣ ਕੇ ਉਹਨੂੰ ਵਾਰ-ਵਾਰ ਮਨ ਵਿੱਚ ਧਿਆਨ ਧਰਨਾ, ਫਿਰ ਸੁਣ ਕੇ ਬਾਣੀ ਨੂੰ ਸਮਝਣਾ, ਫਿਰ ਅੰਤਰ ਧਿਆਨ ਉਹ ਬਾਣੀ ਚੱਲਣੀ, ਉਹ ਸ਼ਬਦ ਚੱਲਣੇ। ਸਤਿਗੁਰੂ ਕਹਿੰਦੇ ਦੇਹੀ ਮੈਂ ਇਸ ਕਾ ਬਿਸਰਾਮ, ਇਹ ਦੇਹੀ ਵਿੱਚ ਹੀ ਹੈ, ਪਰ ਇਹਦੀ ਜਿਹੜੀ ਬਿਆਨਤਾ ਹੈ, ਹੁਣ ਜਿਸ ਮਨੁੱਖ ਨੂੰ ਇਹ ਆਨੰਦ ਪ੍ਰਾਪਤ ਹੋ ਗਿਆ। ਇੱਕ ਹੋਰ ਬਚਨ ਬਾਣੀ ਦਾ ਕਹਿੰਦੇ ਜਿਉਂ ਗੂੰਗੇ ਮਠਿਆਈ, ਹੁਣ ਕਿਸੇ ਗੂੰਗੇ ਨੂੰ ਕੋਈ ਮਿੱਠਾ ਖਵਾ ਦਈਏ, ਬਾਣੀ ਕਹਿੰਦੀ ਉਹ ਦੱਸ ਨਹੀਂ ਸਕਦਾ, ਇਸ਼ਾਰੇ ਨਾਲ ਦੱਸੇਗਾ। ਹੁਣ ਜਿਹਨੂੰ ਇਹ ਨੌਨਿਧ ਅੰਮ੍ਰਿਤ ਖਜ਼ਾਨਾ ਪ੍ਰਾਪਤ ਹੋ ਗਿਆ, ਗੁਰੂ ਪਿਆਰਿਓ, ਉਹ ਇਸ ਮਹਿਮਾ ਦੀ, ਇਸ ਆਨੰਦ ਦੀ ਬਿਆਨਤਾ ਨਹੀਂ ਕਰ ਸਕਦਾ। ਸਤਿਗੁਰੂ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਹੁਣ ਸਾਨੂੰ ਦਰਸ਼ਨ ਕਿਉਂ ਨਹੀਂ ਹੁੰਦੇ, ਸਾਨੂੰ ਉਸ ਅੰਮ੍ਰਿਤ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ? ਹੁਣ ਗੱਲ ਨੂੰ ਸਮਝਿਓ, ਮਹਾਰਾਜ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ, ਪੰਜ ਚੋਰ ਸਾਡੇ ਸਰੀਰ ਵਿੱਚ ਵਸੇ ਹੋਏ ਨੇ। ਕਹਿੰਦੇ ਉਹ ਕਰਦੇ ਕੀ ਹੈ, ਕੰਮ ਕੀ ਹੈ ਉਹਨਾਂ ਦਾ? ਜਿਸ ਅੰਮ੍ਰਿਤ ਨੂੰ ਅਸੀਂ ਲੱਭਦੇ ਆ, ਜਿਸ ਅੰਮ੍ਰਿਤ ਦਾ ਅਸੀਂ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਸੁਣਦੇ ਆ, ਮਹਾਰਾਜ ਕਹਿੰਦੇ ਉਹ ਕੀ ਕਰਦੇ ਆ? ਦੇਖੋ ਬਾਣੀ ਸਾਨੂੰ ਸਮਝਾਉਂਦੀ ਕਿਵੇਂ ਆ। ਗੁਰੂ ਪਿਆਰਿਓ, ਇਹਨਾਂ ਪੰਕਤੀਆਂ ਨੂੰ ਬੜੀ ਵਾਰੀ ਆਪਣੇ ਮਨ ਵਿੱਚ ਵਾਚਿਓ। ਹੁਣ ਅੰਮ੍ਰਿਤ, ਸਤਿਗੁਰੂ ਕਹਿੰਦੇ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਇਹ ਗੱਲ ਸਮਝ ਆ ਗਈ ਕਿ ਦੇਹੀ ਵਿੱਚ ਅੰਮ੍ਰਿਤ ਹੈ, ਪਰ ਅੰਮ੍ਰਿਤ ਮਿਲਦਾ ਨਹੀਂ ਕਿਸੇ ਨੂੰ, ਬਹੁਤ ਘੱਟ ਕਿਸੇ ਵਿਰਨੇ ਨੂੰ ਮਿਲਦਾ। ਪਰ ਮਹਾਰਾਜ ਕਹਿੰਦੇ ਉਹ ਅੰਮ੍ਰਿਤ ਫਿਰ ਜਾਂਦਾ ਕਿੱਥੇ ਹੈ? ਅੰਮ੍ਰਿਤ ਤਾਂ ਸਰੀਰ ਵਿੱਚ ਹੈ, ਪਰ ਉਹ ਅੰਮ੍ਰਿਤ ਗੁਰੂ ਪਿਆਰਿਓ ਜਾਂਦਾ ਕਿੱਥੇ ਹੈ? ਤੇ ਮਹਾਰਾਜ ਕਹਿੰਦੇ ਫਿਰ ਉਹ ਅੰਮ੍ਰਿਤ ਜਿਹੜਾ ਹੈ ਨਾ, ਉਹ ਪੰਜੇ ਵਿਸੇ ਵਿਕਾਰ ਨਿਤ ਲੁੱਟ ਰਹੇ ਨੇ। ਆਖੋ ਸਤਨਾਮ। ਬਾਣੀ ਦਾ ਬਚਨ ਕਹਿੰਦੇ ਅੰਮ੍ਰਿਤ ਲੁੱਟੈ, ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਕੋਈ ਪੁਕਾਰ ਨਹੀਂ ਸੁਣ ਰਿਹਾ। ਉਹ ਜਿਹੜੇ ਪੰਜੇ ਵਿਸੇ ਵਿਕਾਰ ਨੇ, ਉਹ ਨਿਤ ਅੰਮ੍ਰਿਤ ਨੂੰ ਲੁੱਟ ਕੇ ਲੈ ਕੇ ਜਾ ਰਹੇ ਨੇ, ਬੰਦੇ ਨੂੰ ਖਬਰ ਹੀ ਨਹੀਂ ਪੈਂਦੀ। ਇਹ ਸੱਚਾਈ ਹੈ। ਸਭ ਉਦਾਹਰਣ ਬਾਣੀ ਵਿੱਚ ਨੇ। ਮਹਾਰਾਜ ਕਹਿੰਦੇ ਇਹ ਅੰਮ੍ਰਿਤ ਦਾ ਭੰਡਾਰ ਸਾਡੇ ਵਿੱਚ ਭਰਿਆ, ਪਰ ਇਸ ਨੂੰ ਅੰਮ੍ਰਿਤ ਨੂੰ ਚੋਰੀ ਹੁੰਦਿਆਂ ਮਨੁੱਖ ਦੇਖ ਕੇ ਮਾਇਆ ਵਿੱਚ ਗਲਤਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੋਈ ਨਾ ਸੁਣੇ ਪੁਕਾਰਾ, ਆਤਮਿਕ ਜੀਵਨ ਦੇਣ ਵਾਲਾ ਨਾਮ ਧਨ, ਇਹ ਪੰਜੇ ਵਿਸੇ ਵਿਕਾਰ ਲੁੱਟਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਭਾਈ ਇਸ ਅੰਮ੍ਰਿਤ ਨੂੰ ਕਿਵੇਂ ਪਾਇਆ ਜਾ ਸਕਦਾ ਹੈ, ਕਿਵੇਂ ਇਹਦੀ ਪ੍ਰਾਪਤੀ ਹੁੰਦੀ ਹੈ? ਇੱਕ ਬਚਨ ਵਿੱਚ ਮਹਾਰਾਜ ਕਹਿੰਦੇ ਆਖਣ ਸੁਣਨਾ ਪਾਉਣ ਕੀ ਬਾਣੀ, ਇਹੋ ਮਨ ਰਤਾ ਮਾਇਆ, ਖਸਮ ਕੀ ਨਦਰ ਦਿਲੇ ਪਸਿੰਦੇ, ਜਿਨੀ ਕਰ ਏਕ ਧਿਆਇਆ। ਉਹ ਇਸ ਅੰਮ੍ਰਿਤ ਨੂੰ ਪ੍ਰਾਪਤ ਕਰ ਲੈਂਦੇ ਆ ਜਿਹੜੇ ਭਾਈ ਸ਼ਬਦ ਨਾਲ ਜੁੜ ਜਾਂਦੇ ਆ। ਸ਼ਬਦ ਦੀ ਬਰਕਤ ਦੇ ਨਾਲ ਉਹ ਅੰਮ੍ਰਿਤ ਨੂੰ ਆਪਣੇ ਘਰੋਂ ਲੁੱਟਣੋਂ ਬਚਾ ਲੈਂਦੇ ਆ। ਜਿਵੇਂ ਅਸੀਂ ਸਾਡੇ ਘਰ ਵਿੱਚ ਬਹੁਤ ਮਾਇਆ ਹੋਵੇ ਤੇ ਬਾਹਰ ਚੌਕੀਦਾਰ ਰੱਖ ਦਈਏ, ਗੁਰੂ ਪਿਆਰਿਓ ਫਿਰ ਪਰਮੇਸ਼ਰ ਵਾਹਿਗੁਰੂ ਸ਼ਬਦ ਜਿਹੜਾ ਹੈ ਉਹ ਸਾਡੇ ਅੰਮ੍ਰਿਤ ਦੀ ਰਾਖੀ ਕਰਦਾ। ਫਿਰ ਉਹ ਸਾਡੇ ਅੰਮ੍ਰਿਤ ਨੂੰ ਕੋਈ ਚੋਰੀ ਨਹੀਂ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਕਹਿੰਦੇ ਗੁਰੂ ਕੇ ਸ਼ਬਦ ਨਾਲ ਉਹ ਅੰਮ੍ਰਿਤ ਦੇਖਿਆ ਜਾ ਸਕਦਾ, ਹੋਰ ਕੋਈ ਤਰੀਕਾ ਨਹੀਂ। ਜਿੰਨੇ ਮਰਜੀ ਕੋਈ ਮਨੁੱਖ ਯਤਨ ਕਰ ਲੈ ਉਹ ਅੰਮ੍ਰਿਤ ਦੇਖਣ ਦੇ ਗੁਰੂ ਪਿਆਰਿਓ, ਪਰ ਉਸ ਅੰਮ੍ਰਿਤ ਨੂੰ ਕੋਈ ਬਿਨਾਂ ਸ਼ਬਦ ਤੋਂ ਦੇਖ ਨਹੀਂ ਸਕਦਾ। ਹੁਣ ਸੁਰਤ ਨੂੰ ਪਕੜਨਾ ਕਿਵੇਂ ਹੈ? ਸੁਰਤ ਨੂੰ ਜਿਹੜੀ ਹੈ, ਹੁਣ ਕਈ ਵਾਰੀ ਅਸੀਂ ਬਚਨ ਕਰਦੇ ਜੀ ਮਨ ਨਹੀਂ ਟਿਕਦਾ, ਸੁਰਤ ਨਹੀਂ ਟਿਕਦੀ, ਬਹੁਤ ਔਖੀ ਹੈ ਗੁਰੂ ਪਿਆਰਿਓ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਭ ਤੋਂ ਸ੍ਰੇਸ਼ਟ ਹੈ ਪਰਮਾਤਮਾ ਦੇ ਨਾਮ ਨੂੰ ਜਪਣਾ, ਸੁਣਨਾ ਤੇ ਉਹਦੀ ਸੁਰਤ ਵਿੱਚ ਧਿਆਨ ਲਗਾ ਕਰਕੇ ਰੱਖਣਾ। ਐਸੀ ਵੱਡੀ ਵਡਿਆਈ ਸਤਿਗੁਰੂ ਸੱਚੇ ਪਾਤਸ਼ਾਹ ਕਰਦੇ ਨੇ। ਭਗਤ ਕਬੀਰ ਸਾਹਿਬ ਜੀ ਇੱਕ ਜਗ੍ਹਾ ਬਚਨ ਹੁੰਦਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਲੋਕਾਂ ਨੇ ਮੈਨੂੰ ਪੁੱਛਿਆ ਕਿ ਪਰਮਾਤਮਾ ਜਦੋਂ ਮਿਲਦਾ ਫਿਰ ਹੁੰਦਾ ਕੀ ਹੈ?
ਪਰਮਾਤਮਾ ਜਦੋਂ ਤੁਹਾਨੂੰ ਦਿਖਦਾ ਹੈ, ਤੁਹਾਨੂੰ ਮਿਲਦਾ, ਫਿਰ ਭਾਣਾ ਕੀ ਵਰਤਦਾ ਹੈ? ਤੇ ਭਗਤ ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਉੱਥੋਂ ਤੱਕ ਪਹੁੰਚਿਆ ਫਿਰ ਹੋਇਆ ਕੀ, ਅਬ ਤੋ ਜਾਏ ਚੜੇ ਸਿੰਘਾਸਨ, ਅਬ ਤੋ ਜਾਏ ਚੜੇ ਸਿੰਘਾਸਨ। ਕਰੋ ਰਸਨਾ ਪਵਿੱਤਰ। मिले है सारंग पानी, मिले है सारंग पानी। राम कबीरा एक पए है, राम कबीरा एक पए है। कबीर साहब कहते ਜਦੋਂ मैं परमात्मा विच भेद हो गया, फिर मैनू पता नहीं लगा मैं ते परमेश्वर विच फर्क की रह गया। ये सच्चाई है गुरु प्यारिओ। बड़ी वारी असी कई बारी भरम बैठ के साडे मन विच पैदा हो जाता है कि पर भाई जदों परमात्मा की प्राप्ति होंदी है ना गुरु प्यारिओ, फिर कोई परमात्मा भाव दूजा नहीं दिखदा, फिर इको ही नजर आउंदा है। नानक लीन पयो गोबिंद सिओ, जो पानी संग पानी। फिर पानी का रूप परमेश्वर का मनुख रूप हो जाता है। कबीर साहब सच्चे पातशाह बचन करते हैं, कहते मन नूं साफ करन वास्ते कबीर मन निर्मल पिया जैसा गंगा नीर। हुण कोई मनुख परमात्मा नूं मिलण दा यतन तां बड़ा करदा है, सारे दुनिया दे लोग यतन करते हैं, पर भगत कबीर साहब कहते जिन्ना चिर मन निर्मल नहीं, मन पवित्र नहीं, परमात्मा दे दीदार नहीं हो सकते। कदों होणगे? कबीर साहब कहते मन निर्मल पिया जैसा गंगा नीर। बे जिद्दां दा गंगा दा जल पवित्र है, जदों मन सिमरन करदियां पानी वर्गा साफ हो गया, पवित्र हो गया, फिर कहते होया कि देखो वडियाई नाम दी गुरु प्यारिओ। भगत कबीर साहब कहते पहला मैं परमेश्वर नूं चेते करदा सी, परमेश्वर दे पिछे दौड़दा सी, पर एक समा ऐसा आया कहते जदों मन निर्मल हो गया। गुरु प्यारिओ गल इन्नी कह बस, जदों साडा मन पवित्र है, मैल भरी हुई है, ते असीं परमात्मा नूं लभदे हां, परमात्मा नूं भाव दीदार वास्ते लोचदे हां। ते भगत कबीर साहब कहते जिस दिन मन पवित्र हो गया ना, फिर परमात्मा तेरे पिछे भजेगा। आखो सतनाम। अज तू परमात्मा पिछे भजदा है, पर जदों मन निर्मल हो गया फिर परमात्मा तेरे पिछे भजेगा, तेनू पुकारेगा। ये मैं नहीं कह रहा, बानी कहती है। सतगुरु कहते भगत कबीर साहब दे बोल। कबीर साहब कहते कबीर मन निर्मल पिया जैसा गंगा नीर उदाहरण दिता है, फिर की होवेगा? कहते पातशाह लागो हर फिरै कहत कबीर कबीर। फिर कबीर साहब कहते फिर परमेश्वर मैनू आवाजा मारेगा, मैनू लभेगा। ये वडियाई नाम दी है। अज दे मुखवाक विच धन गुरु नानक साहब सच्चे पातशाह जी कृपा करते ने कि सुनिया सरा गुना के गाह, सुनिया शेख पीर पातशाह। भाई जेड़ा परमात्मा द्वैत स्वरूप नूं सिमरदा है, ओदा चिंतन करदा है, साधारण मनुख बेअंत गुणा जिहदा कोई पारावार नहीं पाया जा सकदा, उन्हों भाई ये सोझी प्राप्त हो जाती है। खंडा ब्रह्मंडां दी जिहड़ी सोझी है, सतगुरु कहंदे उन्होंने प्राप्त हो जाती है। सुनिया शेख पीर पातशाह। सिखां ते पीरां वाली जिहड़ी पातशाह वाली पदवी है, गुरु प्यारे उन्होंने प्राप्त हो जाती है। गुरु नानक साहब कहते सुनिया अंधे पावै राहो। हुण गुरु नानक साहब कहते जिवें कोई मनुख अन्ना है, उन्होंने कोई मार्ग नहीं दिखदा, पर नाम दे सुनन दी बरकत दे नाल अन्ने मनुख जेड़े ने ओ भाव नेत्रां वाले हो जांदे ने। अज्ञानी मनुख जेड़े ने ज्ञानवान हो जांदे ने, अकाल पुरख दे मिलन दा रस्ता गुरु प्यारिओ लभ लैंदे हन। धन धन भगत कबीर साहब दा बचन कहंदे ने एक वारी कोई परमात्मा दा प्यारा ते भगत कबीर साहब दी आपस विच भेंट हो गई। फिर भगत कबीर साहब कहते एक बारी मैं तुरिया जा रहा ते एक मनुख आया कि परमात्मा नूं किवें मिलिया जा सकदा। हुण साडे सारियां दा इक्को ही प्रश्न है ना, इक्को ही साडी अरदास कह दो कि साडी अरदास की है कि परमात्मा दे मिलण दा तरीका की है, परमात्मा किवें मिलिया जा सकदा। उदाहरण दिता भगत कबीर साहब ने। वो उदाहरण सानू रोजाना चेते करना चाहिए। कहते ने
ਇੱਕ ਮਨੁੱਖ ਨੇ ਆ ਕੇ ਭਗਤ ਕਬੀਰ ਸਾਹਿਬ ਨੂੰ ਕਿਹਾ ਕਿ ਪ੍ਰਮਾਤਮਾ ਦੇ ਮਿਲਣ ਦਾ ਤਰੀਕਾ ਕੀ ਹੈ, ਕਿਵੇਂ ਤਰੀਕਾ ਕਿਹੜਾ ਵਰਤਾਂ। ਕਹਿੰਦੇ ਭਗਤ ਕਬੀਰ ਸਾਹਿਬ ਨੇ ਆਪਣੇ ਹੱਥ ਵਿੱਚ ਖੰਡ ਫੜੀ ਹੋਈ ਸੀ। ਕਹਿੰਦੇ ਨੇ ਖੰਡ ਜਿਹੜੀ ਹੈ ਉਹ ਧਰਤੀ ਤੇ ਸੁੱਟ ਦਿੱਤੀ ਤੇ ਪੈਰਾਂ ਦੇ ਨਾਲ ਗੁਰੂ ਪਿਆਰਿਓ ਉਹ ਜਿਹੜੀ ਖੰਡ ਰੇਤ ਵਿੱਚ ਮਿਲਾ ਦਿੱਤੀ। ਕਹਿੰਦੇ ਹੁਣ ਮਨੁੱਖਾ ਇਹ ਜਿਹੜੀ ਹੈ ਹੁਣ ਜਿਹੜੀ ਖੰਡ ਹੈ ਇਹਨੂੰ ਹੁਣ ਵੱਖਰੀ ਕਰ। ਕਹਿੰਦੇ ਮਹਾਰਾਜ ਇਹ ਮੇਰੇ ਕੋਲ ਤਾਂ ਹੋਣੀ ਨਹੀਂ, ਕਿਉਂਕਿ ਇਹ ਬਹੁਤ ਬਰੀਕ ਹੈ, ਰੇਤ ਵੀ ਬੜਾ ਬਰੀਕ ਹੈ, ਕਿਵੇਂ ਹੋਏਗੀ। ਹੁਣ ਮੈਂ ਬਾਣੀ ਦਾ ਉਦਾਹਰਣ ਦੇ ਦਵਾਂ। ਮਨੁੱਖ ਨੂੰ ਇੱਥੇ ਹਾਥੀ ਕਿਹਾ। ਇਹ ਬਾਣੀ ਦੀ ਪੰਕਤੀ ਪਹਿਲਾਂ ਮੈਂ ਸਰਵਣ ਕਰਾ ਦਵਾਂ। ਕਬੀਰ ਸਾਹਿਬ ਕਹਿੰਦੇ ਹਰ ਹਾਂ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਭਾਵ ਕਹਿ ਦਈਏ ਕਿ ਹੱਥਾਂ ਪਾਸੋਂ ਕੋਈ ਮਨੁੱਖ ਜਿੰਨਾ ਮਰਜ਼ੀ ਯਤਨ ਕਰ ਲੈ। ਦੇਖੋ ਉਦਾਹਰਣ ਸਾਡੀ ਸਮਝ ਵਿੱਚ ਕਿਤੇ ਪੈ ਜੇ। ਭਗਤ ਕਬੀਰ ਸਾਹਿਬ ਕਹਿੰਦੇ ਪਰਮਾਤਮਾ ਦਾ ਨਾਮ ਮਾਨੋ ਖੰਡ ਹੈ। ਆ ਪਹਿਲਾ ਉਦਾਹਰਣ ਸ਼ਬਦ ਤੇ ਦੇ ਦਵਾਂ। ਭਗਤ ਕਬੀਰ ਸਾਹਿਬ ਕਹਿੰਦੇ ਜਿਵੇਂ ਰੇਤ ਵਿੱਚ ਪਈ ਖੰਡ ਨੂੰ ਮਨੁੱਖ ਹੱਥਾਂ ਨਾਲ ਚੁਣ ਨਹੀਂ ਸਕਦਾ, ਜਿੰਨੇ ਮਰਜ਼ੀ ਯਤਨ ਕਰ ਲੇ। ਕੋਈ ਹਾਥੀ ਲੈ ਆਏ, ਕੋਈ ਵੱਡੇ ਜਾਨਵਰ ਲੈ ਆਏ, ਕੋਈ ਗੁਰੂ ਪਿਆਰਿਓ ਹੋਰ ਤਰੀਕੇ ਵਰਤ ਲੈ, ਚੁਣੀ ਨਹੀਂ ਜਾ ਸਕਦੀ। ਕਹਿੰਦੇ ਭਗਤ ਕਬੀਰ ਸਾਹਿਬ ਕਹਿੰਦੇ ਖੰਡ ਰੇਤ ਵਿੱਚ ਖਿਲਰੀ ਹੋਈ ਹੈ, ਹੱਥਾਂ ਪਾਸੋਂ ਜਿਹੜੀ ਖੰਡ ਹੈ ਗੁਰੂ ਪਿਆਰਿਓ ਇਹ ਚੁਣੀ ਨਹੀਂ ਜਾ ਸਕਦੀ। ਹੁਣ ਸਾਡਾ ਮਨ ਮੋਟਾ ਹੈ, ਸਾਡੀ ਗਿਆਨ ਜਿਹੜਾ ਮੋਟਾ ਤੇ ਉਹ ਚੁਣਿਆ ਨਹੀਂ ਜਾ ਸਕਦਾ। ਕਹਿੰਦੇ ਨੇ ਕੀ ਕਰਨਾ ਪਵੇਗਾ, ਗਿਆਨ ਨੂੰ ਸ਼ਬਦ ਰਾਹੀਂ ਬਰੀਕ ਕਰਨਾ ਪਵੇਗਾ। ਗਿਆਨ ਨੂੰ ਸ਼ਬਦ ਰਾਹੀਂ ਭਾਵ ਗੁਰੂ ਪਿਆਰਿਓ ਬਾਣੀ ਕਹਿੰਦੀ ਹੈ ਬਰੀਕ ਕਰਕੇ ਫਿਰ ਗੁਰੂ ਸੱਚੇ ਪਾਤਸ਼ਾਹ ਕਹਿੰਦੇ ਉੱਥੇ ਆਵੀ। ਉਹ ਕਿਹੜਾ ਬਚਨ ਹੈ, ਕਹਿੰਦੇ ਕਹਿ ਕਬੀਰ ਗੁਰ ਭਲੀ 부ਝਾਈ, ਚੀਟੀ ਹੋਏ ਕਹਿ ਖਾਏ। ਹੁਣ ਉਹ ਜਿਹੜੀ ਰੇਤ ਵਿੱਚ ਖੰਡ ਮਿਲੀ ਹੋਈ ਸੀ ਉਹਨੂੰ ਕੱਢਣ ਦਾ ਇੱਕੋ ਹੀ ਤਰੀਕਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਪੂਰੇ ਸਤਿਗੁਰੂ ਨੇ ਇਹ ਮਤ ਬਖਸ਼ਿਸ਼ ਕਰ ਦਿੱਤੀ ਕਿ ਮਨੁੱਖ ਕੀੜੀ ਬਣ ਕੇ ਨਿਮਰਤਾ ਵਾਲਾ ਜੀਵਨ ਫੜ ਕਰਕੇ ਕਹਿੰਦੇ ਫਿਰ ਉਹ ਖੰਡ ਨੂੰ ਚੁੱਕ ਸਕਦਾ, ਖੰਡ ਨੂੰ ਖਾ ਸਕਦਾ। ਉਦਾਹਰਣ ਦਿੱਤਾ ਮਨੁੱਖ ਨੇ। ਗੁਰੂ ਭਗਤ ਕਬੀਰ ਸਾਹਿਬ ਕਹਿੰਦੇ ਚੁਣਿਓ, ਕਹਿੰਦੇ ਮਹਾਰਾਜ ਚੁਣੇ ਨਹੀਂ ਜਾ ਸਕਦੀ। ਫਿਰ ਕਹਿੰਦੇ ਨੇ ਥੋੜਾ ਸਮਾਂ ਖਲੋਤੇ ਰਹੇ ਦੋਨੇ ਤੇ ਕੀ ਹੋਇਆ, ਚੀਟੀਆਂ ਇਕੱਠੀਆਂ ਹੋ ਗਈਆਂ। ਖੰਡ ਹੈ, ਤੁਸੀਂ ਜਿੱਥੇ ਵੀ ਪਾਓਗੇ ਇਕੱਠੀਆਂ ਹੋ ਜਾਣਗੀਆਂ। ਥੋੜੇ ਸਮੇਂ ਵਿੱਚ ਗੁਰੂ ਪਿਆਰਿਓ ਚੀਟੀਆਂ ਨੇ ਉਹ ਖੰਡ ਖਾ ਲਈ। ਉਦਾਹਰਣ ਦੇ ਦਿੱਤਾ ਕਿ ਜਿਵੇਂ ਚੀਟੀਆਂ ਛੋਟੀਆਂ ਨੇ ਪਰ ਉਹਨਾਂ ਵਿੱਚ ਇਹ ਵਡਿਆਈ ਹੈ ਕਿ ਉਹਨਾਂ ਨੇ ਜਿਹੜੀ ਖੇਤ ਰੇਤ ਵਿੱਚੋਂ ਖੰਡ ਹੈ ਵੱਖਰੀ ਕਰ ਦਿੱਤੀ। ਭਗਤ ਕਬੀਰ ਸਾਹਿਬ ਕਹਿੰਦੇ ਇਸ ਤਰੀਕੇ ਨਾਲ ਜਿਹੜਾ ਭਾਈ ਗੁਰੂ ਦੀ ਮੱਤ ਨੂੰ ਲੈ ਕਰਕੇ, ਗੁਰੂ ਦੀ ਸਿੱਖਿਆ ਨੂੰ ਲੈ ਕਰਕੇ ਇਹ ਕੀੜੀ ਬਣ ਕੇ ਜਿਹੜਾ ਖੰਡ ਖਾ ਸਕਦਾ, ਨਹੀਂ ਤੇ ਕੋਈ ਹਾਥੀ ਵਰਗਾ ਹੰਕਾਰ ਕਰ ਲੇ ਤੇ ਭਗਤ ਕਬੀਰ ਸਾਹਿਬ ਕਹਿੰਦੇ ਫਿਰ ਇਹ ਜਿਹੜੀ ਖੰਡ ਹੈ ਪ੍ਰਮਾਤਮਾ ਵਾਹਿਗੁਰੂ ਦਾ ਜਿਹੜਾ ਨਾਮ ਹੈ ਗੁਰੂ ਪਿਆਰਿਓ ਪ੍ਰਾਪਤ ਨਹੀਂ ਕਰ ਸਕਦਾ, ਜਿੰਨਾ ਮਰਜ਼ੀ ਯਤਨ ਕਰ ਲੈ। ਇੱਕ ਬਾਣੀ ਦਾ ਬਚਨ ਹੈ, ਦੇਖੋ ਬਾਣੀ ਵਿੱਚ ਸਭ ਕੁਝ ਸਾਡੀਆਂ ਗੱਲਾਂ ਲਿਖੀਆਂ। ਮਹਾਰਾਜ ਕਹਿੰਦੇ ਮਾਤਾ ਭੈਸਾ ਅੰਬੂਹਾ ਜਾਏ। ਇੱਕ ਭੈਸਾ ਜਿਵੇਂ ਮਾਝਾ ਤੇ ਭੈਸਾ ਦਾ ਜ਼ਿਕਰ ਕੀਤਾ ਹੈ, ਉਹਨੂੰ ਜਿੰਨੇ ਮਰਜ਼ੀ ਵਾਰੀ ਕੁੱਟ ਲਓ ਤੁਸੀਂ, ਫਿਰ 10-15 ਮਿੰਟਾਂ ਬਾਅਦ ਉਵੇਂ ਦਾ ਉਵੇਂ ਹੋ ਜਾਂਦਾ। ਜਿਹੜੇ ਪਿੰਡਾਂ ਵਾਲੇ ਬੈਠੇ ਉਹ ਪਤਾ ਲੱਗ ਜਾਂਦਾ। ਜਿਹੜਾ ਕੱਟਾ ਜਾਂ ਭੈਸਾ ਕਹਿ ਦੋ, ਕਹਿੰਦੇ ਉਹਨੂੰ 2-3 ਵਾਰੀ ਕੁੱਟ ਲਓ, 15-20 ਮਿੰਟ ਘੰਟੇ ਬਾਅਦ ਫਿਰ ਉਦਾਂ ਦਾ ਹੀ ਹੋ ਜਾਂਦਾ। ਭਗਤ ਕਬੀਰ ਸਾਹਿਬ ਕਹਿੰਦੇ ਮਸਤ ਹੋਏ ਸੰਡੇ ਵਰਗਾ ਇਹ ਸਾਡਾ ਮਨ ਹੈ, ਥੋੜਾ ਸਮਾਂ ਤਾਂ ਕੋਈ ਸਿੱਖਿਆ ਦੇ ਦੇ ਫਿਰ ਉੱਥੇ ਆ ਜਾਂਦਾ। ਕਹਿੰਦੇ ਕੁਝ ਕੁਝ ਚਰੈ ਰਸਾਤਲ ਪਾਏ, ਇਹ ਹੰਕਾਰ ਕਰਦਾ ਵਿਸਿਆਂ ਦੀ ਖੇਤੀ ਚੁਗਦਾ, ਫਿਰ ਨਰਕ ਵਿੱਚ ਪੈ ਜਾਂਦਾ, ਸਾਰਾ ਜੀਵਨ ਗਲਤਾਨ ਕਰ ਲੈਂਦਾ। ਕਹਿੰਦੇ ਹੁਣ ਇਹਦੀ ਸਮਝ ਦੇਖੋ ਭਗਤ ਕਬੀਰ ਸਾਹਿਬ ਕੀ ਬਖਸ਼ਿਸ਼ ਕਰਦੇ। ਕਹਿੰਦੇ ਸਮਾਂ ਉਲਟਾ ਆ ਗਿਆ। ਕਹੋ ਕਬੀਰ ਪ੍ਰਗਟ ਭਈ ਖੇਡ, ਲੈ ਲੈ ਕੋ ਚੁਗੈ ਨਿਤ ਭੇੜ। ਕਹਿੰਦੇ ਜਿਹੜੀ ਖੇਡ ਸੀ ਉਲਟੀ ਹੋ ਗਈ, ਤਮਾਸ਼ਾ ਉਲਟਾ ਹੋ ਗਿਆ। ਉਹ ਕਿਹੜਾ ਤਮਾਸ਼ਾ, ਕਹਿੰਦੇ ਲੈ ਲੈ ਕੋ ਚੁਗੈ ਚੁੰਗੈ ਨਿਤ ਭੇੜ। ਲੇਲਾ ਕਹਿੰਦੇ ਨੇ ਗੁਰੂ ਪਿਆਰਿਓ ਜਿਹੜੀ ਬੱਕਰੀ ਹੈ ਉਹਦਾ ਬੱਚਾ ਲੇਲਾ। ਕਹਿੰਦੇ ਨੇ ਇਹ ਪ੍ਰਮਾਤਮਾ ਦੀ ਬਣਤ ਬਣੀ ਹੋਈ। ਬੜੇ ਸਮੇਂ ਤੋਂ ਜਦੋਂ ਕਿਤੇ ਲੇਲੇ ਨੂੰ ਬੱਚੇ ਨੂੰ ਭੁੱਖ ਲੱਗਦੀ ਹੈ ਤੇ ਗੁਰੂ ਪਿਆਰੇ ਉਹ ਆਪਣੀ ਬੱਕਰੀ ਮਾਂ ਦਾ ਦੁੱਧ ਚੁੰਗਦਾ। ਪਰ ਕਹਿੰਦੇ ਹੁਣ ਉਲਟਾ ਹੋ ਗਿਆ। ਉਲਟਾ ਕੀ ਹੋਇਆ ਕਿ ਹੁਣ ਜਿਹੜੀ ਹੈ ਭੇਡ ਹੈ ਉਹ ਆਪਣੇ ਬੱਚੇ ਦਾ ਦੁੱਧ ਚੁੰਗ ਰਹੀ ਹੈ। ਉਲਟਾ ਹੋ ਗਿਆ। ਹੁਣ ਕਬੀਰ ਸਾਹਿਬ ਬਾਣੀ ਵਿੱਚ ਬਚਨ ਕਰਦੇ ਉਲਟਾ ਕਿਵੇਂ ਹੋਇਆ। ਕਹਿੰਦੇ ਨੇ ਬਿਨ ਨਾਵੇ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਸਾਰਾ ਸੰਸਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਨਾਮ ਤੋਂ ਬਿਨਾ ਕਮਲਾ ਹੋਇਆ ਫਿਰਦਾ। ਉਹ ਕੀ ਹੋਇਆ ਗੁਰੂ ਪਿਆਰਿਓ,
ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰਮਾਤਮਾ ਦੇ ਮਿਲਣ ਦੀ ਵਡਿਆਈ ਮਹਾਰਾਜ ਕਿਰਪਾ ਕਰਦੇ ਆ ਕਿ ਮੋਟੀ ਬੁੱਧ ਵਾਲਾ ਪਰਮਾਤਮਾ ਨੂੰ ਮਿਲ ਨਹੀਂ ਸਕਦਾ। ਜਿਹਦੀ ਮੋਟੀ ਬੁੱਧ ਹੈ, ਹਾਥੀ ਵਰਗੀ ਬੁੱਧ ਹੈ, ਕੀੜੀ ਵਰਗੀ ਬੁੱਧ, ਕੀੜੀ ਵਰਗਾ ਜੀਵਨ, ਨਿਮਰਤਾ ਵਾਲਾ ਜੀਵਨ ਜਦੋਂ ਹੋਵੇਗਾ, ਸ਼ਬਦ ਦੁਆਰਾ ਬਰੀਕ ਕਰਨਾ ਪਵੇਗਾ ਬੁੱਧ ਨੂੰ। ਬਾਣੀ ਦਾ ਬਚਨ ਆਏਗਾ ਅੱਗੇ, ਤਿੱਥੇ ਘੜੀਐ ਸੁਰਤ ਮਤ ਮਨ ਬੁੱਧ। ਇਹਨੂੰ ਘੜਨਾ ਪਵੇਗਾ ਗੁਰੂ ਪਿਆਰਿਓ, ਤਾਂ ਜਾ ਕਰਕੇ ਸਾਡੀ ਜਿਹੜੀ ਸਮਝ ਦੇ ਵਿੱਚ ਆਵੇਗੀ। ਬਾਣੀ ਦਾ ਵਚਨ ਹੈ, ਲੋਹਾ ਬਹੁਤ ਅਸੀਂ ਪਦਾਰਥ ਬਣਾਉਂਦੇ ਆ, ਪਰ ਜੇ ਲੋਹਾ ਕਾਰਖਾਨੇ ਵਿੱਚ ਚਲਾ ਜਾਏ ਤੇ ਭੱਠੀ ਦੇ ਨੇੜੇ ਨਾ ਜਾਏ ਤੇ ਕੁਝ ਨਹੀਂ ਬਣਨਾ। ਕਈ ਵਾਰੀ ਕਾਰਖਾਨੇ ਵਿੱਚ ਲੋਹਾ ਆ ਵੀ ਜਾਂਦਾ ਤੇ ਕਈ ਵਾਰੀ ਅਗਰ ਉਹਦਾ ਕੁਝ ਬਣੇ ਨਾ ਉਹ ਭੱਠੀ ਤੋਂ ਦੂਰ ਰਹੇ ਤੇ ਉਹਨੂੰ ਜੰਗ ਲੱਗ ਕੇ ਖਤਮ ਹੋ ਜਾਂਦਾ। ਕਹਿੰਦੇ ਘੜੀਏ ਸ਼ਬਦ ਸੱਚੀ ਟਕਸਾਲ। ਟਕਸਾਲ ਕੀ ਹੈ? ਕਾਰਖਾਨਾ ਹੈ। ਕਹਿੰਦੇ ਮਤ ਜਿਹੜੀ ਹੈ ਇਹ ਗੁਰੂ ਸਾਹਿਬ ਦੇ ਸ਼ਬਦ ਨਾਲ ਜੁੜੇਗੀ। ਸੋ ਸ਼ਬਦ ਨਾਲ ਜੁੜ ਕਰਕੇ ਘੜੀ ਜਾਏਗੀ ਤਾਂ ਇਹਦੇ ਅੰਦਰ ਫਿਰ ਪਰਮਾਤਮਾ ਦਾ ਨਾਮ ਟਿਕੇਗਾ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਕਹਿੰਦੇ ਘੜੀਏ ਸ਼ਬਦ ਸੱਚੀ ਟਕਸਾਲ। ਜਿੰਨਾ ਚਿਰ ਲੋਹਾ ਅੱਗ ਦੇ ਨੇੜੇ ਨਹੀਂ ਜਾਂਦਾ, ਇੱਕ ਗੱਲ ਚੇਤੇ ਰੱਖ ਲਿਓ, ਉਹਨਾਂ ਚਿਰ ਲੋਹੇ ਨੂੰ ਵਡਿਆਈ ਨਹੀਂ ਮਿਲ ਸਕਦੀ। ਜੋ ਅੱਗ ਦੇ ਨੇੜੇ ਜਾਏਗਾ ਫਿਰ ਉਹਨੂੰ ਤਪਸ ਪਵੇਗੀ ਤੇ ਕਾਰੀਗਰ ਉਹਦੇ ਬੜੇ ਪਦਾਰਥ ਬਣਾ ਦੇਣਗੇ। ਭਾਵ ਕਹਿ ਦਈਏ ਬੜੇ ਸਮਾਨ ਜੋ ਸਾਡੇ ਘਰਾਂ ਵਿੱਚ ਲੱਗਦੇ ਆ ਔਰ ਬੜੇ ਸੋਹਣੇ ਲੱਗਦੇ ਆ, ਫਿਰ ਵਡਿਆਈ ਮਿਲਦੀ ਹੈ। ਕਹਿੰਦੇ ਜਿੰਨਾ ਚਿਰ ਮਨੁੱਖ ਪਰਮਾਤਮਾ ਦੇ ਨਾਮ ਦੇ ਨੇੜੇ ਜਾ ਕੇ ਮਸਕਤ ਨਹੀਂ ਕਰਦਾ, ਘਾਲਣਾ ਨਹੀਂ ਕਰਦਾ, ਉਹਨਾਂ ਚਿਰ ਵਡਿਆਈ ਨਹੀਂ ਮਿਲਦੀ। ਹੁਣ ਕੋਈ ਮਨੁੱਖ ਜਿਵੇਂ ਸਾਰਾ ਦਿਨ ਖਾਈ ਜਾਏ, ਸਾਰਾ ਦਿਨ ਕਾਰ ਵਿਹਾਰ ਕਰੀ ਜਾਏ, ਪਰਮਾਤਮਾ ਦੇ ਨਾਮ ਨੂੰ ਸਿਮਰੇ ਹੀ ਨਾ, ਉਹ ਜੀਵਨ ਤੇ ਬਤੀਤ ਕਰ ਸਕਦਾ ਹੈ, ਪਰ ਆਉਣ ਵਾਲੇ ਜੀਵਨ ਵਿੱਚ ਉਹਨੂੰ ਵਡਿਆਈ ਨਹੀਂ ਮਿਲ ਸਕਦੀ। ਹੁਣ ਘਾਲਣਾ ਘਾਲੀ ਭਗਤ ਕਬੀਰ ਸਾਹਿਬ ਨੇ, ਘਾਲਣਾ ਘਾਲੀ ਭਗਤ ਨਾਮਦੇਵ ਨੇ, ਘਾਲਣਾ ਘਾਲੀ ਭਗਤ ਭੀਖਣ ਜੀ ਨੇ, ਸਾਰਿਆਂ ਨੇ ਘਾਲਣਾ ਘਾਲੀ ਹੈ ਤੇ ਅੱਜ ਸਾਰੀ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹੇਗਾ। ਬਾਣੀ ਸੱਚੇ ਪਾਤਸ਼ਾਹ ਕਹਿੰਦੇ ਸਮਾਂ ਐਸਾ ਆ ਗਿਆ। ਹੁਣ ਉਦਾਹਰਨ ਕੀ ਦਿੱਤਾ ਹੈ, ਬੜਾ ਮਹਿੰਗਾ ਉਦਾਹਰਨ ਹੈ। ਕਹਿੰਦੇ ਲੇਲੇ ਕੋ ਚੁੰਗੇ ਨਿਤ ਭੇਡ। ਭੇਡ ਜਿਹੜੀ ਹੈ ਉਹ ਲੇਲੇ ਨੂੰ ਚੁੰਗਦੀ ਹੈ, ਆਪਣੇ ਬੱਚੇ ਨੂੰ ਚੁੰਗਦੀ, ਉਲਟਾ ਹੋ ਗਿਆ। ਹੁਣ ਕੀ ਹੋ ਰਿਹਾ, ਬਾਣੀ ਦਾ ਮੈਂ ਉਦਾਹਰਨ ਦਵਾਂਗਾ। ਕਹਿੰਦੇ ਸੁਨ ਸਖੀ ਪੀ ਮੈਂ ਜਿਉ ਬਸੈ, ਜੀ ਮੈਂ ਬਸੈ ਕੇ ਪੀਓ, ਜਿਉ ਪੀਓ ਬੂਝੋ ਨਹੀਂ ਘਟ ਮੈਂ ਜਿਉ ਕੇ ਪੀਓ। ਗੁਰੂ ਪਿਆਰਿਓ, ਸਤਿਗੁਰੂ ਬਾਣੀ ਦਾ ਬਚਨ ਕਰਦੇ ਆ। ਮਨ ਕਹਿੰਦਾ ਮੇਰਾ ਮਨ ਨਹੀਂ ਕਰਦਾ, ਕਈ ਵਾਰੀ ਸੰਗਤ ਵਿੱਚ ਆਉਣਾ ਹੋਵੇ, ਕੋਈ ਵੀ ਕੰਮ ਕਰਨਾ ਹੋਵੇ, ਮਨ ਕਰਦਾ ਨਹੀਂ, ਪਰ ਸੁਰਤ ਕਹਿੰਦੀ ਹੈ, ਮਤ ਕਹਿੰਦੀ ਹੈ ਕਿ ਗੁਰੂ ਦਾ ਹੁਕਮ ਹੈ ਤੂੰ ਚੱਲ। ਹੁਣ ਬਚਨ ਕੀ ਹੈ, ਸਮਝਣਾ ਕੀ ਹੈ ਸਾਨੂੰ, ਕਿ ਜਿਹੜੀ ਮਤ ਹੈ ਸਾਡੀ ਉਹਦੇ ਮਗਰ ਮਨ ਚੱਲਦਾ ਸੀ। ਮਨ ਜਿਹੜਾ ਸੀ ਉਹ ਮਤ ਦੇ ਮਗਰ ਚੱਲਣਾ ਸੀ। ਬਾਣੀ ਦੇ ਹਿਸਾਬ ਨਾਲ ਮਨ ਜਿਹੜਾ ਉਹ ਮਤ ਦੇ ਮਗਰ ਚੱਲਦਾ ਸੀ ਤਾਂ ਉਹਦਾ ਜੀਵਨ ਸਕਾਰਤਾ ਹੋ ਜਾਂਦਾ ਸੀ। ਪਰ ਹੋਇਆ ਕੀ ਗੁਰੂ ਪਿਆਰਿਓ, ਮਤ ਜਿਹੜੀ ਹੈ ਉਹ ਭੇਡ ਹੈ, ਮਨ ਜਿਹੜਾ ਉਹ ਲੇਲਾ ਬੱਚਾ ਹੈ। ਹੋਇਆ ਕੀ ਹੈ, ਮਨ ਗੁਰੂ ਪਿਆਰਿਓ ਆਪਣੇ ਮਗਰ ਜਿਹੜਾ ਸੁਰਤ ਨੂੰ ਲਗਾ ਬੈਠਾ। ਹੁਣ ਮਤ ਦੀ ਚੱਲਦੀ ਕੁਛ ਨਹੀਂ, ਮਨ ਦੀ ਚੱਲਦੀ ਹੈ। ਕਹਿੰਦੇ ਫਿਰ ਹੁੰਦਾ ਕੀ ਹੈ, ਮਨ ਤੇ ਤੁਰਨਾ ਕੀ ਸੀ, ਪਰ ਹੁਣ ਗੁਰੂ ਪਿਆਰਿਓ ਮਨ ਜਿਹੜਾ ਉਹ ਆਪਣੇ ਮਗਰ ਜਿਹੜਾ ਆਪਣੇ ਹੁਕਮ ਵਿੱਚ ਮਤ ਨੂੰ ਚਲਾਉਂਦਾ। ਇਸ ਕਰਕੇ ਸਾਡੇ ਜੀਵਨ ਵਿੱਚ ਕੋਈ ਘਾਲਣਾ, ਸਾਡੇ ਜੀਵਨ ਵਿੱਚ ਫਿਰ ਕੋਈ ਅਸਰ ਨਹੀਂ ਹੁੰਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ ਕਿ ਜਿਹੜੀ ਸ਼ਬਦ ਦੀ ਗੱਲ ਹੈ ਇਹਨੂੰ ਮਿਹਨਤ ਕਰਨੀ ਪਵੇਗੀ, ਘਾਲਣਾ ਕਰਨੀ ਪਵੇਗੀ। ਸਤਿਗੁਰੂ ਕਹਿੰਦੇ ਸਾਰਾ ਸੰਸਾਰ ਜਿਹੜਾ ਚੀਟੀ ਹੋਏ ਪਏ ਖਾਏ। ਗੁਰੂ ਪਿਆਰਿਓ, ਜੇ ਬਾਣੀ ਦਾ ਰਸ, ਬਾਣੀ ਦਾ ਆਨੰਦ ਮਾਣਨਾ ਚਾਹੁੰਦੇ ਹੋ, ਫਿਰ ਕੀੜੀ ਦੇ ਮੁਤਾਬਕ ਸਾਡਾ ਜੀਵਨ ਹੋਣਾ ਚਾਹੀਦਾ, ਨਹੀਂ ਤੇ ਫਿਰ ਉਸ ਰਸ ਤੋਂ, ਉਸ ਮਿੱਠੇ ਤੋਂ ਵਾਂਝੇ ਰਹਿ ਜਾਓ, ਸਾਰੀ ਜ਼ਿੰਦਗੀ ਲੰਘ ਜਾਏਗੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ, ਇਹ ਚੌਥੀ ਪੌੜੀ, ਇਸ ਨੂੰ ਗੁਰੂ ਪਿਆਰਿਓ ਸਮਝਿਓ। ਪਹਿਲੀ ਪੌੜੀ ਹੈ ਕਿ ਸਤਿਗੁਰੂ ਦੀ ਸਿੱਖਿਆ ਨੂੰ ਸੁਣਨਾ ਤੇ ਸਮਝਣਾ। ਦੂਜੀ ਪੌੜੀ 9ਵੀਂ ਵਿੱਚ ਮਹਾਰਾਜ ਕਹਿੰਦੇ ਸ਼ਬਦ ਨੂੰ ਜਪਣਾ। ਤੀਜੀ ਵਿੱਚ ਜਿਹੜਾ ਜਪਣਾ ਤੇ ਉਹਨੂੰ ਸੁਣਨਾ। ਚੌਥੀ ਪੌੜੀ ਜਿਹੜੀ ਅੱਜ ਦੀ ਪੌੜੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਸੁਰਤ ਵਿੱਚ ਲੀਨ ਹੋ ਜਾਣਾ, ਹਰ ਵੇਲੇ ਹਰ ਸਮੇਂ ਉਸ ਸੁਰਤ ਵਿੱਚ ਟਿਕੇ ਰਹਿਣਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ 8 ਪੈਰ 64 ਘੜੀ ਨਿਰਖਤ ਰਹਿਤਾ ਜੀਓ, ਵੀ ਹਰ ਵੇਲੇ ਪਰਮਾਤਮਾ ਵਾਹਿਗੁਰੂ ਦੇ ਨਾਮ ਨਾਲ ਜੁੜੇ ਰਹਿਣਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ
ਨਨਕਾਣੇ ਸਾਹਿਬ ਦੀ ਪਾਵਨ ਧਰਤੀ ਤੇ ਬਿਰਾਜੇ ਨੇ ਗੁਰੂ ਪਿਆਰਿਓ। ਤੇ ਹੋਇਆ ਕੀ, ਧੰਨ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਈ ਪ੍ਰਸ਼ਾਦਾ ਤਿਆਰ ਕਰਦੇ ਆ। ਇਹ ਬਾਣੀ ਦੀ ਤਾਕਤ ਹੈ, ਪ੍ਰਸ਼ਾਦਾ ਤਿਆਰ ਕਰਨਾ, ਗੁਰੂ ਨਾਨਕ ਸਾਹਿਬ ਨੂੰ ਛਕਾਉਣਾ। ਕਿਉਂਕਿ ਸਾਰਾ ਨਗਰ ਹੀ ਗੁਰੂ ਨਾਨਕ ਸਾਹਿਬ ਬਾਰੇ ਗੱਲਾਂ ਕਰਦਾ ਸੀ ਕਿ ਮਹਾਰਾਜ ਜੇ ਮੱਝਾਂ ਚਰਾਉਣ ਗਏ ਤੇ ਖੇਤ ਖਤਮ ਕਰ ਦਿੱਤਾ, ਜੇ ਮਹਾਰਾਜ ਸੱਚਾ ਸੌਦਾ ਕਰਨਾ ਗਏ ਤੇ ਉੱਥੋਂ ਘਾਟਾ ਪਾਇਆ। ਸਾਰੇ ਨਗਰ ਵਾਸੀ ਗੁਰੂ ਪਿਆਰਿਓ ਮਖੌਲ ਕਰਦੇ ਸੀ, ਕੁਝ ਬੰਦੇ ਮਖੌਲ ਕਰਦੇ ਸੀ। ਅੱਜ ਕੀ ਹੋਇਆ, ਮਾਤਾ ਤ੍ਰਿਪਤਾ ਕਹਿੰਦੇ ਤੁਲਸਾਂ ਦਾਸੀ ਜਾ ਨਾਨਕ ਨੂੰ ਉਠਾ ਕੇ ਲਿਆ, ਪ੍ਰਸ਼ਾਦਾ ਤਿਆਰ ਹੈ, ਪ੍ਰਸ਼ਾਦਾ ਛਕ ਲੇਗਾ। ਕਹਿੰਦੇ ਨੇ ਜਦੋਂ ਤੁਲਸਾਂ ਗੁਰੂ ਨਾਨਕ ਸਾਹਿਬ ਨੂੰ ਉਠਾਉਣ ਗਈ ਹੈ, ਕੀ ਦੇਖਦੀ ਹੈ ਗੁਰੂ ਪਿਆਰਿਓ? ਆ 2-3 ਮਿੰਟਾਂ ਦੀ ਵਿਚਾਰ ਫਿਰ ਸਮਾਪਤੀ ਹੈ। ਕਹਿੰਦੇ ਤੁਲਸਾਂ ਜਦੋਂ ਗਈ ਹੈ ਤੇ ਗੁਰੂ ਨਾਨਕ ਸਾਹਿਬ ਆਰਾਮ ਕਰਦੇ ਪਏ, ਲੇਟੇ ਪਏ ਆ। ਤੇ ਤੁਲਸਾਂ ਦੇ ਮਨ ਵਿੱਚ ਵਿਚਾਰ ਆਈ ਹੈ ਕਿ ਕਿਵੇਂ ਜਗਾਵਾਂ ਮਹਾਰਾਜ ਨੂੰ। ਹੁਣ ਅਸੀਂ ਕਈ ਵਾਰੀ ਤੁਸੀਂ ਦੇਖਦੇ ਜਗਾਉਣ ਦਾ ਵੀ ਤਰੀਕਾ ਹੈ ਨਾ, ਕਿਸੇ ਨੂੰ ਕੋਈ ਸੁੱਤਾ ਹੋਵੇ ਤੇ ਉਹਦੀ ਬਾਂਹ ਨਹੀਂ ਫੜ ਸਕਦੇ, ਸਿਰ ਪਾਸਿਓਂ ਨਹੀਂ ਉਹਨੂੰ ਕਹਿ ਸਕਦੇ, ਆਵਾਜ਼ ਮਾਰਾਂਗੇ ਤਾਂ ਵੀ ਚੰਗਾ ਨਹੀਂ ਲੱਗਦਾ। ਕਹਿੰਦੇ ਤੁਲਸਾਂ ਦਾਸੀ ਜਦੋਂ ਕਮਰੇ ਵਿੱਚ ਗਈ ਗੁਰੂ ਨਾਨਕ ਸਾਹਿਬ ਨੂੰ ਜਗਾਉਣ ਵਾਸਤੇ, ਕੀ ਦੇਖਿਆ, ਮਨ ਵਿੱਚ ਬੜੇ ਵਿਚਾਰ ਕੀਤੇ, ਤਰੀਕਾ ਕੀ ਵਰਤਾ। ਪਰ ਕਵੀ ਰਾਜ ਲਿਖਦੇ ਆ, ਕਹਿੰਦੇ ਐਨੇ ਗੁਰੂ ਨਾਨਕ ਸਾਹਿਬ ਦੇ ਅੰਗੂਠੇ ਨੂੰ, ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਆਪਣਾ ਹੱਥ ਲਾ ਦਿੱਤਾ। ਹੁਣ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਨੇ। ਕਹਿੰਦੇ ਜਦੋਂ ਚਰਨਾਂ ਨੂੰ ਹੱਥ ਲੱਗਾ ਗੁਰੂ ਪਿਆਰਿਓ, ਕਹਿੰਦੇ ਸਾਰੇ ਖੰਡਾਂ ਬ੍ਰਹਮੰਡਾਂ ਦੀ ਸੋਝੀ ਆ ਗਈ, ਸਾਰੀ ਧਰਤੀ ਦੀ ਸੋਝੀ ਆ ਗਈ। ਅੱਜ ਦਾ ਬਚਨ ਹੈ, ਸੁਣਿਆ ਹਾਥ ਹੋਵੇ ਸਗਾਹੂ, ਕਿ ਸਾਰੇ ਸਮੁੰਦਰ ਜਿੰਨਾ ਸੰਸਾਰ ਹੈ, ਸਾਰੀ ਧਰਤੀ ਹੈ, ਆਕਾਸ਼ ਹੈ, ਖੰਡ ਬ੍ਰਹਮੰਡ ਨੇ, ਉਹਨਾਂ ਦੇ ਵਿੱਚ ਕੀ ਚੱਲ ਰਿਹਾ, ਕੀ ਹੋ ਰਿਹਾ, ਸਭ ਦੀ ਸੋਝੀ ਆ ਗਈ। ਤੁਲਸਾ ਨੂੰ ਸਾਰੀ ਸੋਝੀ ਆ ਗਈ। ਕੀ ਦੇਖਦੀ ਹੈ ਤੁਲਸਾ? ਦਿਵ ਦ੍ਰਿਸ਼ਟੀ ਜਿਹੜੀ ਸੀ ਖੁੱਲ ਗਈ। ਹੁਣ ਸਾਨੂੰ ਤਾਂ ਇੱਕ ਘਰ ਦਾ ਨਹੀਂ ਪਤਾ, ਉਹ ਦ੍ਰਿਸ਼ਟੀ ਜਿਹੜੀ ਹੈ ਬੰਦ ਹੈ, ਪਰ ਜਦੋਂ ਮਨੁੱਖ ਵਾਰ-ਵਾਰ ਨਾਮ ਨੂੰ ਜਪੇਗਾ ਉਹ ਦਿਵ ਦ੍ਰਿਸ਼ਟੀ ਖੁੱਲ ਜਾਂਦੀ ਹੈ। ਤੁਲਸਾ ਦਾਸੀ ਦਾ ਜਦੋਂ ਹੱਥ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਛੋਇਆ, ਗੁਰੂ ਪਿਆਰਿਓ ਦਿਵ ਦ੍ਰਿਸ਼ਟੀ ਖੁੱਲ ਗਈ, ਖੰਡਾਂ ਬ੍ਰਹਮੰਡਾਂ ਦੀ ਸੋਝੀ ਹੋ ਗਈ। ਕਹਿੰਦੇ ਕੀ ਦੇਖਦੀ ਹੈ? ਕਹਿੰਦੇ ਮਹਾਰਾਜ ਦਾ ਸਰੀਰ ਇੱਥੇ ਪਿਆ, ਪਰ ਮਹਾਰਾਜ ਬਹੁਤ ਦੂਰ ਜਾ ਕਰਕੇ ਕਿਸੇ ਆਪਣੇ ਪਿਆਰੇ ਦੇ ਡੁੱਬਦੇ ਜਹਾਜ਼ ਨੂੰ ਉਤਾਰ ਰਹੇ ਨੇ। ਆਖੋ ਸਤਨਾਮ। ਹੁਣੇ ਸੋਝੀ ਆ ਗਈ ਨਾ, ਕਿਉਂਕਿ ਹੋਰ ਕਿਸੇ ਨੂੰ ਪਤਾ ਹੀ ਨਹੀਂ ਸੀ। ਤੁਲਸਾ ਨੂੰ ਸਾਰੀ ਸੋਝੀ ਆ ਗਈ। ਮਹਾਰਾਜ ਸਰੀਰ ਕਰਕੇ ਤਾਂ ਇੱਥੇ ਹੈ, ਪਰ ਸਤਿਗੁਰੂ ਆਪਣੇ ਸੇਵਕ ਦਾ ਜਹਾਜ਼ ਉਤਾਰ ਰਹੇ ਆ। ਤੇ ਜਦੋਂ ਇਹ ਕੁਝ ਦੇਖ ਕੇ ਗੁਰੂ ਪਿਆਰਿਓ, ਅਸੀਂ ਕਈ ਵਾਰੀ ਮੰਗਦੇ ਬੜਾ ਕੁਝ ਹੈ, ਪਰ ਗੁਲ ਚੇਤੇ ਰੱਖਿਓ, ਜਿੰਨਕ ਸਾਡੇ ਅੰਦਰ ਸਮਰੱਥਾ ਮਾਰਜ ਉਨਕ ਦਿੰਦੇ ਆ। ਸਾਨੂੰ ਸਮਝ ਆਏਗੀ ਜੇ ਅੱਗੇ ਅੱਗੇ। ਕਹਿੰਦੇ ਤੁਲਸਾ ਦਾਸੀ ਆ ਗਈ ਤੇ ਗੁਰੂ ਨਾਨਕ ਸਾਹਿਬ ਜੋ ਦੇਖਿਆ ਜੀ, ਜੋ ਦਿਵ ਦ੍ਰਿਸ਼ਟੀ ਨਾਲ ਦੇਖਿਆ, ਮਾਤਾ ਤ੍ਰਿਪਤਾ ਨੂੰ ਕਹਿੰਦੀ ਹੈ, ਮਾਤਾ ਜੀ ਤੁਹਾਡਾ ਬੇਟਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਉਹ ਕਹਿੰਦੇ ਸਰੀਰ ਕਰਕੇ ਤਾਂ ਇੱਥੇ ਹੈ, ਪਰ ਉਹ ਬਹੁਤ ਦੂਰ ਜਾ ਕਰਕੇ ਆਪਣੇ ਸੇਵਕ ਦਾ ਜਹਾਜ਼ ਉਤਾਰ ਰਿਹਾ। ਮਾਤਾ ਜੀ ਹੈਰਾਨ ਹੋ ਗਏ, ਕਿਉਂਕਿ ਮਾਤਾ ਜੀ ਨੂੰ ਇਸ ਬਾਰੇ ਗਿਆਨ ਕੋਈ ਨਹੀਂ। ਹੈਰਾਨ ਹੋ ਗਏ। ਉਧਰੋਂ ਗੁਰੂ ਨਾਨਕ ਸਾਹਿਬ ਵੀ ਪਿੱਛੇ ਪਿੱਛੇ ਆ ਗਏ। ਮਾਤਾ ਜੀ ਕਹਿੰਦੇ ਅੱਗੇ ਤਾਂ ਨਗਰ ਵਾਸੀ ਤਲਵੰਡੀ ਦੇ ਲੋਕ ਮਜ਼ਾਕਾਂ ਕਰਦੇ ਸੀ ਲੋਕ, ਕਿ ਗੁਰੂ ਨਾਨਕ ਸਾਹਿਬ ਕੰਮ ਕੋਈ ਨਹੀਂ ਕਰਦੇ, ਜਿੱਥੇ ਜਾਂਦੇ ਘਾਟਾ ਪੈ ਜਾਂਦਾ ਹੈ। ਮਾਤਾ ਤ੍ਰਿਪਤਾ ਕਹਿੰਦੀ ਨਾਨਕ, ਅੱਜ ਤੱਕ ਘਰ ਦੇ ਲੋਕ ਜਿਹੜੇ ਘਰ ਦੀ ਖਾਣਾ ਬਣਾਉਣ ਵਾਲੀ, ਘਰ ਦੀ ਸਾਫ਼ ਸਫਾਈ ਕਰਨ ਵਾਲੀ ਹੈ, ਜੋ ਮਖੌਲਾਂ ਕਰਦੀ ਹੈ। ਆਖੋ ਸਤਨਾਮ। ਗੁਰੂ ਪਿਆਰਿਓ, ਇਹ ਜਿਹੜੀ ਸਾਨੂੰ ਯੋਗਤਾ ਅਨੁਸਾਰ ਗੁਰੂ ਸਾਹਿਬ ਕਿਰਪਾ ਕਰਦੇ ਆ, ਕਿਉਂਕਿ ਸਾਡੇ ਅੰਦਰ ਉਹ ਚੀਜ਼ਾਂ ਸੰਭਾਲਣ ਦੀ ਸ਼ਕਤੀ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਕੀ ਦੇਖਦੇ ਆ, ਕਿ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਨੇ ਸਾਰਾ ਕੁਝ ਦੇਖ ਲਿਆ ਕਿ ਇਹਨੂੰ ਬਰਕਤ ਤੇ ਪ੍ਰਾਪਤ ਹੋ ਗਈ, ਇਹਦੇ ਅੰਦਰ ਦਿਵ ਦ੍ਰਿਸ਼ਟੀ ਤੇ ਹੋ ਗਈ, ਪਰ ਇਹਦੇ ਕੋਲ ਸੰਭਾਲਿਆ ਨਹੀਂ ਗਿਆ। ਗੁਰੂ ਪਾਤਸ਼ਾਹ ਜੀ ਦੇ ਮੁਖੋਂ ਬਚਨ ਹੋ ਗਏ ਕਿ ਮਾਤਾ ਜੀ ਇਹ ਤਾਂ ਝੱਲੀ ਹੈ। ਕਵੀ ਰਾਜ ਲਿਖਦੇ ਆ, ਉਹ ਪਾਗਲ ਨਹੀਂ ਹੋਈ, ਕਿਉਂਕਿ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਜੀ ਇੱਕ ਵਾਰੀ ਬਖਸ਼ਿਸ਼ ਕਰ ਦਿੰਦੇ ਆ, ਨਾਮ ਧਨ ਖਜ਼ਾਨਾ ਵਾਪਸ ਨਹੀਂ ਲੈਂਦੇ ਜੀ। ਇਹ ਸਚਾਈ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਦੇਖਦੇ ਆ ਕਿ ਤੁਲਸਾ ਨੂੰ ਤਾਂ ਸਾਰਾ ਗਿਆਨ ਹੋ ਗਿਆ, ਸਾਰੇ ਖੰਡਾਂ ਬ੍ਰਹਮੰਡਾਂ ਦੀ ਸੋਝੀ ਹੋ ਗਈ, ਕਹਿੰਦੇ ਨੇ ਮਹਾਰਾਜ ਕਹਿੰਦੇ ਇਹ ਤਾਂ ਝੱਲੀ ਹੋ ਗਈ। ਗੁਰੂ ਪਿਆਰਿਓ, ਇੱਕ ਬਚਨ ਹੋਇਆ, ਕਹਿੰਦੇ ਨੇ ਉਹ ਪਾਗਲ ਸਰੀਰ ਕਰਕੇ ਤਾਂ ਨਹੀਂ ਹੋਈ, ਪਰ ਕਹਿੰਦੇ ਉਸ ਦਿਨ ਤੋਂ ਬੋਲਣਾ ਬੰਦ ਕਰ ਦਿੱਤਾ।
ਤੁਲਸਾ ਨੇ ਬੋਲਣਾ ਬੰਦ ਕਰ ਦਿੱਤਾ। ਕਹਿੰਦੇ ਪਾਗਲ ਨਹੀਂ ਹੋਈ ਗੁਰੂ ਪਿਆਰਿਓ, ਮੂੰਹ ਬੰਦ ਕਰ ਦਿੱਤਾ, ਪਰ ਅੰਦਰ ਸਾਰੇ ਖਜ਼ਾਨੇ, ਸਾਰੇ ਖੰਡਾਂ ਬ੍ਰਹਮੰਡਾਂ ਦੀ ਸੋਝੀ ਜਿਵੇਂ ਦੀ ਤਿਵੇਂ ਰਹੀ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ। ਕਹਿੰਦੇ ਸੰਤੋਖ ਜਿਹੜਾ ਹੈ ਉਹ ਭੰਡਾਰ ਜਿਹੜਾ ਬਖਸ਼ਿਸ਼ ਕਰ ਦਿੱਤਾ ਗੁਰੂ ਪਿਆਰਿਓ। ਕਹਿੰਦੇ ਨੇ ਇਸ ਤਰੀਕੇ ਦੇ ਨਾਲ ਮਹਾਰਾਜ ਨੇ ਕਹਿੰਦੇ ਨੇ ਬਰਕਤ ਤਾਂ ਭਰ ਗਈ ਤੁਸਾਂ ਦਾਸੀ ਦੇ ਹਿਰਦੇ ਵਿੱਚ, ਪਰ ਯੋਗਤਾ ਨਹੀਂ ਸੀ। ਆ ਮੈਂ ਕਈ ਵਾਰੀ ਬਚਨ ਕਰ ਦਿੰਦਾ, ਮਹਾਰਾਜ ਮੰਗਦੇ ਤਾਂ ਬੜਾ ਕੁਛ ਹੈ, ਪਰ ਮੈਨੂੰ ਲੱਗਦਾ ਸਾਡੇ 'ਚ ਯੋਗਤਾ ਨਹੀਂ, ਤਾਂ ਤੁਸੀਂ ਦਿੰਦੇ ਨਹੀਂ। ਕਈ ਵਾਰੀ ਬੜੀ ਅਰਦਾਸਾਂ ਕਰਦੇ ਆ, ਬੜਾ ਪਾਠ ਕਰਦੇ ਆ, ਮਹਾਰਾਜ ਇਹ ਵੀ ਚਾਹੀਦਾ, ਇਹ ਵੀ ਚਾਹੀਦਾ, ਪਰ ਹੁਣ ਸੋਝੀ ਆਉਂਦੀ ਹੈ ਮਹਾਰਾਜ ਤਾਂ ਨਹੀਂ ਦਿੰਦੇ। ਉਹਦੇ ਨਾਲ ਸਾਡਾ ਨੁਕਸਾਨ ਹੋ ਸਕਦਾ, ਜਾਂ ਸਾਡੇ ਅੰਦਰ ਉਨੀ ਬਰਕਤ, ਸਾਡੇ ਅੰਦਰ ਉਨੀ ਯੋਗਤਾ ਨਹੀਂ, ਇਸ ਕਰਕੇ ਮਹਾਰਾਜ ਤੁਸੀਂ ਦਿੰਦੇ ਨਹੀਂ। ਸੋ ਗੁਰੂ ਪਿਆਰਿਓ, ਅੱਜ ਦੀ ਪਾਵਨ ਪੌੜੀ ਵਿੱਚ ਮਹਾਰਾਜ ਬਚਨ ਕਰਦੇ ਆ, ਭਾਈ ਸੁਣੇ ਹਾਥ ਹੋਵੇ ਸਗਾਹੋ, ਅਕਾਲ ਪੁਰਖ ਦੇ ਨਾਮ ਨਾਲ ਜੁੜਨ ਦੇ ਨਾਲ ਗੁਰੂ ਪਿਆਰਿਓ ਡੂੰਘੇ ਸਮੁੰਦਰ ਦੀ, ਡੂੰਘੇ ਸੰਸਾਰ ਦੀ ਅਸਲੀਅਤ ਸੋਝੀ ਜਿਹੜੀ ਹੈ ਸਮਝ ਆ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ। ਮਹਾਰਾਜ ਕਹਿੰਦੇ ਅਕਾਲ ਪੁਰਖ ਦੇ ਨਾਮ ਨਾਲ ਸੁਰਤ ਜੋੜਨ ਦੇ ਨਾਲ ਗੁਰੂ ਪਿਆਰਿਓ ਮਨ ਵਿੱਚ ਸਦੀ ਵੀ ਜਿਹੜਾ ਖਿੜਾਓ ਹੈ ਪੈਦਾ ਹੋ ਜਾਂਦਾ ਹੈ, ਫਿਰ ਕਦੇ ਦੁੱਖ ਨਹੀਂ ਹੁੰਦਾ। ਗੁਰੂ ਪਿਆਰਿਓ ਸਾਰੇ ਸੁੱਖ ਮਿਲ ਜਾਂਦੇ ਨੇ, ਸਾਰੇ ਦੁੱਖ ਮਿਟ ਜਾਂਦੇ ਨੇ। ਇਹ ਨਾਮ ਦੀ ਵਡਿਆਈ 4 ਪੌੜੀਆਂ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਹੈ। ਸਤਿਗੁਰ ਕਿਰਪਾ ਕਰਨ, ਇਹ ਗਾਵਿਆ ਸੁਣਿਆ ਥਾਏ ਪਾ ਕਰਕੇ ਸਤਿਗੁਰੂ ਸਾਨੂੰ ਸਭਨਾਂ ਨੂੰ ਕਥਾ ਸੁਣਨ ਤੇ ਕਥਾ ਕਰਨ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰਕੇ ਨਿਵਾਜਣਾ ਕਰਨ। ਆਓ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਸਮਾਪਤੀ ਹੈ। ਉੱਚੀ ਆਵਾਜ਼ ਵਿੱਚ ਗੁਰੂ ਪਿਆਰਿਓ ਕਰਿਓ ਕਿਰਪਾ। ਨਾਨਕ ਭਗਤਾ ਸਦਾ ਵਿਗਾਸ, ਨਾਨਕ ਭਗਤਾ ਸਦਾ ਵਿਗਾਸ। ਵਾਹ ਵਾਹ ਕਰੋ ਕਿਰਪਾ। ਨਾਨਕ ਭਗਤਾ ਸਦਾ ਵਿਗਾਸ, ਨਾਨਕ ਭਗਤਾ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਦੁਖ ਪਾਪ ਕਾ ਨਾਸ। ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਦੁਖ ਪਾਪ ਕਾ ਨਾਸ। ਕੱਲ ਦੇ ਦੀਵਾਨਾਂ ਵਿੱਚ ਜਿਵੇਂ ਸਤਿਗੁਰੂ ਮੰਨੇ ਕੀ ਗਤ, ਪੜੋ ਸਾਰੇ ਮੰਨੇ ਕੀ ਗਤ, ਕਹੀ ਨਾ ਜਾਏ। ਪਾਵਨ ਪੌੜੀ ਦੀ ਵਿਚਾਰ ਹੋਣੀ ਹੈ। ਸੋ ਆਪ ਜੀ ਅੱਗੇ ਬੇਨਤੀ ਹੈ, ਸਮੇਂ ਸਿਰ ਪਹੁੰਚ ਕੇ ਲਾਹਾ ਲਓ। ਜਿਨ੍ਹਾਂ ਗੁਰਮੁਖਾਂ ਵੱਲੋਂ ਬੇਅੰਤ ਮਾਇਆ ਕਥਾ ਦੇ ਸਤਿਕਾਰਯੋਗ ਹਾਜ਼ਰ ਕੀਤੀ ਹੈ, ਸਤਿਗੁਰੂ ਸਭਨਾਂ ਦੀ ਮਾਇਆ ਸਫਲੀ ਕਰਨ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ।